ਚੰਡੀਗੜ੍ਹ ਜੋ ਦੋ ਸੂਬਿਆਂ ਦੀ ਰਾਜਧਾਨੀ ਹੈ, ਇੱਥੋਂ ਦੇ ਲੋਕ ਕੀ ਸੋਚਦੇ ਨੇ ਇਹਨਾਂ ਕਾਨੂੰਨਾਂ ਬਾਰੇ। और वो बिल्कुल अपनी हक की लड़ाई लड़ रहे हैं। ਅਸੀਂ सब लोग ਉਹਨਾਂ ਦੇ ਨਾਲ सहमत हैं। अन्नदाता है, वो कभी भी बिना बात के किसी भी राज्य की सीमा ब्लॉक नहीं करता है। तो वो जो ठंड में तो बैठे हैं, लोगों की डेथ भी हुई है वहाँ पे, तो जो वहाँ पर हैं उनको ज़्यादा पता है कि क्यों वो उसके लिए इतना ज़्यादा लड़ रहे हैं। They should listen to them at least। ਤੁਸੀਂ ਇਹ ਦੇਖੋ ਨਾ ਵੀ ਜਦੋਂ ਸਟੋਰ ਕਰ ਲੈਣਗੇ, ਜਦੋਂ ਮਾਰਕੀਟ ਦੇ ਵਿੱਚ ਡਿਮਾਂਡ ਜ਼ਿਆਦਾ ਹੋਊਗੀ ਨਾ, ਉਹ ਉਦੋਂ ਉਹ ਚੀਜ਼ਾਂ ਨੂੰ ਸਪਲਾਈ ਕਰਨਗੇ ਤੇ ਹਾਈ ਰੇਟਸ ਤੇ ਦੇਣਗੇ। ਆਬਵੀਅਸਲੀ ਮਾਰਕੀਟ 'ਚ ਉਂਝ ਤਾਂ ਮਿਲਣੀਆਂ ਨਹੀਂ, ਬਟ ਉਹਨਾਂ ਨੇ ਇੱਕ ਰੂਲ ਦੇ ਵਿੱਚ ਇਵੇਂ ਕਿਹਾ ਹੈ ਕਿ ਵੀ ਬੰਦਾ ਜਿਹੜਾ ਕੋਈ ਫਾਰਮਰ ਹੈ, ਉਹਨੂੰ ਕੋਈ ਡਿਸਪਿਊਟ ਉਹਨੇ ਕੋਈ ਕੈਰੀ ਔਨ ਕਰਨਾ ਤਾਂ ਹੀ ਵਿਲ ਓਨਲੀ ਗੋ ਟੂ ਦੀ ਐਸਡੀਐਮ, ਲਾਸਟ ਅਥਾਰਟੀ ਐਸਡੀਐਮ ਜਾਂ ਡੀਸੀ। ਐਗਜ਼ੈਕਟਲੀ। ਐਂਡ ਫਿਰ ਕੋਰਟ ਆਫ ਲਾਅ, ਫਿਰ ਆਪਣੀ ਡੈਮੋਕ੍ਰੇਸੀ ਦਾ ਕੀ ਆਪਾਂ ਡੈਮੋਕ੍ਰੇਸੀ ਕਹਿ ਸਕਦੇ ਹਾਂ? ਇੰਡੀਆ ਇਜ਼ ਅ ਡੈਮੋਕ੍ਰੈਟਿਕ ਕੰਟਰੀ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਇਸ ਵੇਲੇ ਅਸੀਂ ਚੰਡੀਗੜ੍ਹ ਦੇ ਸੈਕਟਰ 17 ਵਿੱਚ ਹਾਂ। ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੋ ਸੂਬਿਆਂ ਦੀ ਰਾਜਧਾਨੀ ਹੈ, ਯੂਟੀ ਹੈ, ਅਤੇ ਇਹੀ ਦੋ ਸੂਬੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਅਤੇ ਹੋਰ ਵਰਗਾਂ ਦੇ ਲੋਕ ਇਸ ਵੇਲੇ ਦਿੱਲੀ ਦੇ ਬਾਹਰ-ਬਾਹਰ ਮੋਰਚੇ ਲਾ ਕੇ ਬੈਠੇ ਹਨ। ਉਹ ਕੇਂਦਰ ਵੱਲੋਂ ਲਿਆਂਦੇ ਗਏ 3 ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਇਹ ਕਾਨੂੰਨ ਉਹਨਾਂ ਦੇ ਖਿਲਾਫ ਹਨ, ਆਮ ਲੋਕਾਂ ਦੇ ਖਿਲਾਫ ਹਨ ਅਤੇ ਉਹ ਇਹ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਹਨ। ਆਪਾਂ ਦੇਖਦੇ ਹਾਂ ਕਿ ਚੰਡੀਗੜ੍ਹ ਜੋ ਦੋ ਸੂਬਿਆਂ ਦੀ ਰਾਜਧਾਨੀ ਹੈ, ਇੱਥੋਂ ਦੇ ਲੋਕ ਕੀ ਸੋਚਦੇ ਨੇ ਇਹਨਾਂ ਕਾਨੂੰਨਾਂ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਅਰਨਵ ਸਿੰਘ ਹੈ ਜੀ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਇੱਥੇ ਦਾ ਹੀ ਚੰਡੀਗੜ੍ਹ ਲੋਕਲ ਦਾ। ਅੱਛਾ, ਤੁਸੀਂ ਅਰਨਬ ਤੁਸੀਂ ਖੇਤੀ ਕਾਨੂੰਨਾਂ ਬਾਰੇ ਜਿਹੜੇ ਜਾਣਦੇ ਹੋ ਕੁਝ? ਜੀ ਹਾਂ, ਥੋੜ੍ਹਾ ਬਹੁਤਾ ਤਾਂ ਜਾਣਦਾ ਮੈਂ ਜੀ। ਕੀ ਸੋਚਣਾ ਤੁਹਾਡਾ ਇਹਨਾਂ ਬਾਰੇ? ਕਿਉਂਕਿ ਕਿਸਾਨ ਲਗਾਤਾਰ ਬੜੇ ਲੰਬੇ ਸਮੇਂ ਤੋਂ ਪਹਿਲਾਂ ਉਹਨਾਂ ਨੇ ਸੂਬਿਆਂ 'ਚ ਅੰਦੋਲਨ ਚਲਾਇਆ ਅਤੇ ਹੁਣ ਉਹ ਦਿੱਲੀ ਦੇ ਬਾਹਰ-ਬਾਹਰ ਇੰਨੀ ਠੰਡ ਵਿੱਚ ਧਰਨੇ ਲਾ ਕੇ ਮੋਰਚੇ ਲਾ ਕੇ ਬੈਠੇ ਹਨ। ਦੇਖੋ, ਪਹਿਲੀ ਗੱਲ ਇਹ ਮੈਂ ਇਹਦੇ 'ਤੇ ਕਹਿਣਾ ਚਾਹਾਂਗਾ ਕਿ ਜਿਹੜਾ ਕੈਪੀਟਲਿਸਟ ਮੋਡ ਆਫ ਪ੍ਰੋਡਕਸ਼ਨ ਇਹਨਾਂ 'ਚ ਆ ਚੁੱਕਿਆ ਹੈਗਾ ਸਾਡੀ ਸਰਕਾਰਾਂ 'ਤੇ, ਇਹ ਚਾਹੁੰਦੇ ਹੈ ਕਿ ਜਿਹੜਾ APMC ਦਾ ਕਮੇਟੀ ਹੈਗੀ, ਅਗਰ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਹੈਗੀ ਜਿਹੜੀ, ਉਹਦੇ ਦੀ ਛਾਂ ਤੋਂ ਲੈ ਕੇ ਅਗਰ ਤੁਸੀਂ ਇੱਕ ਕੈਪੀਟਲਿਸਟ ਘਰਾਣੇ ਵੱਲ ਦੇ ਦਿਓਗੇ ਇਹਨਾਂ ਨੂੰ, ਤਾਂ ਜਿਹੜਾ ਜਿਹੜੇ ਸੇਫਗਾਰਡ ਜੋ ਚਾਹੀਦੀ ਹੈਗੀ ਐਗਰੀਕਲਚਰ ਸੈਕਟਰ ਨੂੰ, ਜਿਹੜੀ ਪ੍ਰਾਇਮਰੀ ਸੈਕਟਰ ਜੋ ਕਿ ਲਾਹੇਵੰਦ ਰਿਹਾ ਹੀ ਨਹੀਂ ਹੈ ਕਿਸੇ ਦੁਨੀਆ 'ਚ ਵੀ, ਕਿੱਥੇ ਵੀ ਥਾਂ 'ਚ। ਤੁਸੀਂ ਅਮਰੀਕਾ ਚੱਲ ਜਾਓ, ਤੁਸੀਂ ਜਾਪਾਨ ਚੱਲ ਜਾਓ, ਤੁਸੀਂ ਯੂਰਪ ਚੱਲ ਜਾਓ, ਉੱਥੇ ਲੋਕੀ ਘੱਟ ਤੋਂ ਘੱਟ ਐਗਰੀਕਲਚਰ 'ਚ ਇੰਗੇਜਡ ਹੈਗੇ। ਉਹਨਾਂ ਦੇ ਕੋਲ ਬਥੇਰੀ ਜ਼ਮੀਨਾਂ ਹੈਗੀ, 600-500 ਹੈਕਟੇਅਰ ਦੇ ਉਹਨਾਂ ਦੇ ਕੋਲ ਫਾਰਮ ਹੈ। ਜਿਹੜਾ 75% ਜਿਹੜੀ ਆਬਾਦੀ ਇੱਥੇ ਦੀ ਹਿੰਦੁਸਤਾਨ ਦੀ ਹਾਲੇ ਵੀ ਅਗਰ ਐਗਰੀਕਲਚਰ 'ਤੇ ਡਿਪੈਂਡੈਂਟ ਹੈਗੀ, ਖੇਤੀ 'ਤੇ ਡਿਪੈਂਡੈਂਟ ਹੈ, ਤਾਂ ਇਹ ਤਾਂ ਸੋਚਣ ਵਾਲੀ ਗੱਲ ਹੈਗੀ ਕਿ ਅਗਰ ਤੁਸੀਂ ਕੈਪੀਟਲਿਸਟ ਕਾਨੂੰਨ ਲੈ ਕੇ ਆਓਗੇ ਸੋਸ਼ੀਓ ਕੈਪੀਟਲਿਸਟ ਕੰਟਰੀ 'ਚ, ਤੇ ਇਸ ਕੰਟਰੀ ਦਾ ਪੱਠਾ ਹੀ ਵਹਿ ਜਾਊਗਾ। ਪਹਿਲੀ ਗੱਲ ਹੈਗੀ ਕਿ ਜਿਹੜਾ ਆਹ ਪ੍ਰੋਡਿਊਸ ਜਿਹੜਾ ਜਾਊਗਾ, ਉਹ ਕੈਪੀਟਲਿਸਟ ਜਿਹੜੇ ਘਰਾਣੇ ਹੈਗੇ ਆਪਣੀ ਪ੍ਰਾਈਸ ਸੈੱਟ ਕਰਕੇ ਉਹਨਾਂ 'ਤੇ ਪ੍ਰੋਡਿਊਸ ਦਾ ਮਤਲਬ ਜਿਹੜੇ ਦਾਮ ਹੈ ਉਹਨਾਂ ਨੂੰ ਦੇਣਗੇ। MSP ਜਿਹੜਾ ਹੈਗਾ, ਜਿਹੜੇ ਮਿਨੀਮਮ ਸੇਲਸ ਪ੍ਰਾਈਸ ਹੈਗਾ, ਅਗਰ ਉਹ ਮਿਨੀਮਮ ਸੇਲਸ ਪ੍ਰਾਈਸ ਅਗਰ 1300 ਹੈਗੀ, ਮੰਨ ਲਓ ਕਿਸੇ ਕੁਇੰਟਲ ਵੀਟ ਦੀ ਹੋਵੇ, ਅਗਰ ਉਹ ਪ੍ਰਾਈਸ ਕਿਸਾਨ ਨੂੰ ਮਿਲ ਜਾਂਦੀ ਹੈਗੀ, ਅਗਰ ਕੋਈ ਰਿਟੇਲਰ ਜਾਂ ਫਿਰ ਦੂਜਾ ਵਿਅਕਤੀ ਅਗਰ ਉਹਨਾਂ ਤੋਂ ਲੈਣਾ ਨਹੀਂ ਚਾਹੁੰਦਾ, ਤੇ ਸਰਕਾਰ ਉਹਨਾਂ ਨੂੰ ਇਹਦੇ ਲਈ ਮਤਲਬ ਕਾਨੂੰਨ ਬਣਾਇਆ ਹੈਗਾ ਤਾਂ ਕਿ ਉਹਨਾਂ ਨੂੰ ਉਹਦਾ ਦਾਮ ਮਿਲ ਜਾਵੇ। ਤੇ ਅਗਰ ਦਾਮ ਮਿਲ ਜਾਵੇ ਤੇ ਅਗਰ ਤੁਸੀਂ MSP ਹਟਾ ਕੇ ਅਗਰ ਉਹਨੂੰ ਕੈਪੀਟਲਿਸਟ ਪ੍ਰਾਈਸਾਂ 'ਤੇ ਲੈ ਆਓਗੇ, ਤਾਂ ਕੈਪੀਟਲਿਸਟ ਨੇ ਆਪਣੀ ਰਿਮਿਊਨਰੇਸ਼ਨ ਮਤਲਬ ਆਪਣੀ ਮਤਲਬ ਲਾਹਾ ਲੈ ਕੇ ਪ੍ਰੋਫਿਟ ਲਈ ਵੇਖਣਾ ਹੈਗਾ। ਜਿਹੜਾ ਅਗਰ ਪ੍ਰੋਫਿਟ ਅਗਰ ਮੁਨਾਫਾ ਹੋਗਾ ਉਹਨਾਂ ਨੂੰ, ਤਾਂ ਉਹ ਇਹ ਚੀਜ਼ਾਂ ਨੂੰ ਲਓਗੇ ਤੇ ਕਿਸਾਨ ਨੂੰ ਕੁਛ ਨਹੀਂ ਮਿਲੂਗਾ ਇਹਦੇ 'ਚ ਜੀ। ਤੇ ਅੱਛਾ, ਅਦਰਵਾਈਜ਼ ਕਿਸਾਨੀ ਤੋਂ ਇਲਾਵਾ ਹੋਰ ਲੋਕਾਂ 'ਤੇ ਤੁਹਾਨੂੰ ਲੱਗਦਾ ਇਹਦਾ ਕੋਈ ਅਸਰ ਪਏਗਾ? ਦੇਖੋ, ਕਿਸਾਨੀ ਦੇ ਇਲਾਵਾ ਦੇਖੋ ਸਭ 'ਤੇ ਹੀ ਅਸਰ ਪੈਂਦਾ ਹੈਗਾ। ਪ੍ਰਾਇਮਰੀ ਸੈਕਟਰ ਜਿਹੜਾ ਹੈਗਾ ਸਭ ਤੋਂ ਵੱਡਾ, ਉਹ ਲੋਕਾਂ ਨੂੰ ਮਤਲਬ ਫੂਡ ਡਿਸਪਰਸਲ ਹੈਗਾ, ਉਹਦੇ 'ਤੇ ਅਸਰ ਪਊਗਾ। ਮਹਿੰਗੀਆਂ ਅਗਰ ਇਹਦੇ 'ਤੇ ਜਿਹੜੇ ਵੀ ਹੈਗੀ ਕਮੋਡਿਟੀਜ਼ ਹੈਗੀ, ਜਿਹੜੇ ਹੈਵੀ ਐਸੈਂਸ਼ੀਅਲ ਕਮੋਡਿਟੀਜ਼, ਉਹ ਮਹਿੰਗੀਆਂ ਮਿਲੂਗੀ ਲੋਕਾਂ ਨੂੰ, ਤੇ ਇਹਦੇ ਸਭ 'ਤੇ ਅਸਰ ਪਾਉਣ ਵਾਲੀ ਗੱਲ ਹੈਗੀ। ਮੰਨ ਲਓ ਅਗਰ ਕੱਲ੍ਹ ਜਿਹੜੇ ਹੈਗਾ ਕੋਈ ਕੈਪੀਟਲਿਸਟ ਘਰਾਣਾ ਹੈਗਾ, ਉਹਦਾ ਰਿਟੇਲਰ ਮਾਰਕੀਟ ਦੀ ਅਗਰ ਇੱਕ ਸ਼ੋਰੂਮ ਹੈ, ਉਹਦੇ ਜਾ ਕੇ ਤੁਸੀਂ ਸਬਜ਼ੀ ਖਰੀਦ ਰਹੇ ਹੋ, ਕੋਈ 20 ਰੁਪਏ ਦੀ ਹੈਗੀ ਜੋ ਤੁਹਾਨੂੰ ਠੇਲੇ ਵਾਲਾ ਦੇ ਰਿਹਾ ਹੈਗਾ 1 ਕਿਲੋ 'ਤੇ, ਤਾਂ ਉਹ ਤੁਹਾਨੂੰ 50 'ਚ ਮਿਲ ਜਾਊਗੀ, ਉਹ 60 'ਚ ਮਿਲ ਜਾਊਗੀ। ਉਹਨਾਂ 'ਤੇ ਮੁਨਾਫਾ ਵੀ ਤਾਂ ਵੇਖਣਾ ਨਾ ਉਹਨਾਂ ਨੇ ਆਪਣਾ। ਤੇ ਜਿਹੜਾ ਆਹ ਸੋਚ ਹੈਗੀ ਕੈਪੀਟਲਿਸਟ ਮੋਡ ਆਫ ਪ੍ਰੋਡਕਸ਼ਨ, ਇਹ ਅਮਰੀਕਾ ਵਰਗੇ ਦੇਸ਼ਾਂ ਲਈ ਤੇ ਦੇਸ਼ਾਂ ਜਿਹੜਾ ਜਿੱਥੇ ਕੈਪੀਟਲਿਜ਼ਮ ਪਹਿਲਾਂ ਆ ਚੁੱਕਿਆ ਹੈਗਾ, ਜਿਹੜੇ 'ਚ ਪੂੰਜੀਵਾਦ ਵੱਧ ਭਾਰੂ ਹੈਗਾ, ਜਿਨ ਦੇਸ਼ਾਂ ਨੇ ਪਹਿਲਾਂ ਆਪਣੀ ਜਿਹੜੀ ਵੀ
ਜਿਹੜੇ ਵੀ ਉਹਨਾਂ ਦੇ ਸਿਟੀਜ਼ਨਸ ਹੈਗਾ ਉਹਨਾਂ ਨੂੰ ਇਨਸ਼ੋਰ ਕੀਤਾ ਹੈਗਾ ਬੇਸਿਕ ਰਾਈਟਸ। ਇੱਥੇ ਤੇ ਬੇਸਿਕ ਸਿਵਿਕ ਕਮਿਊਨਿਟੀਜ਼ ਹੀ ਨਹੀਂ ਹੈਗੀ ਲੋਕਾਂ ਕੋਲ, ਤੇ ਕਿੱਥੇ ਤੁਸੀਂ ਇੱਥੇ ਕੈਪੀਟਲਿਸਟ ਮੋਡ ਆਫ ਪ੍ਰੋਡਕਸ਼ਨ ਲਿਆ ਕੇ ਮਤਲਬ ਕਿਸਾਨਾਂ ਤੋਂ ਇੰਨਾ ਮਤਲਬ ਕਿਸਾਨਾਂ ਦਾ ਇੰਨਾ ਨੁਕਸਾਨ ਕਰੋਗੇ ਜਿਹੜਾ ਐਗਰੀਕਲਚਰ ਸੈਕਟਰ ਦਾ ਹੈਗਾ। ਪਹਿਲੀ ਗੱਲ ਹੈ, ਮੈਂ ਉੱਥੇ ਜਾ ਕੇ ਵੀ ਆਇਆ ਹੈਗਾ। ਮੈਂ ਮਤਲਬ ਤੁਸੀਂ ਵੀ ਉਹਨਾਂ 'ਚ ਸ਼ਾਮਲ ਹੋ ਕੇ ਇਹ ਐਕਟ ਬਿਲਕੁਲ ਰੱਦ ਹੋਣੇ ਚਾਹੀਦੇ। ਦੇਖੋ ਗੱਲ ਤਾਂ ਹੈ, ਇਹ ਐਕਟ ਕਿਸਾਨੀ ਲਈ ਬਿਲਕੁਲ ਘਾਤਕ ਹੈਗੇ, ਤੇ ਜਿਹੜਾ ਇਹਦਾ ਪ੍ਰਕੋਪ ਹੈਗਾ ਪੂਰੇ ਦੇਸ਼ 'ਤੇ ਫੈਲ ਰਿਹਾ ਹੈਗਾ। ਇਹਦੇ 'ਤੇ ਪਤਾ ਲੱਗਦਾ ਹੈਗਾ ਕਿ ਜਿਹੜਾ ਅਗਰ ਤੁਸੀਂ ਵੇਖੋਗੇ ਹਰ ਸਟੇਟ ਦੀ ਆਪਣੀ ਮੰਗ ਹੈਗੀ ਹੈ। ਮਹਾਰਾਸ਼ਟਰ ਕਹਿੰਦਾ MSP ਰੱਦ ਹੋਣਾ ਚਾਹੀਦਾ, ਉਹ ਤਾਂ ਆਪਣੀ ਸੋਚ 'ਤੇ ਹੈਗੀ। ਉਸ ਟੈਕਨੀਕੈਲਿਟੀ 'ਚ ਅਸੀਂ ਨਾ ਜਾ ਕੇ ਅਸੀਂ ਇਹ ਵੇਖਾਂਗੇ ਕਿ ਕਿਸਾਨਾਂ ਦੀ ਕੀ ਮੰਗ ਹੈ। ਪੰਜਾਬ ਤੇ ਹਰਿਆਣਾ, ਈਵਨ UP ਦੇ ਕੁਝ ਕਿਸਾਨ ਤੇ ਰਾਜਸਥਾਨ ਦੇ, ਤੇ ਈਵਨ ਮੈਂ ਵੇਖਿਆ ਉਹਦੇ ਤਾਮਿਲਨਾਡੂ ਦਾ ਕਿਸਾਨ ਆ ਕੇ ਬਿਲਕੁਲ ਅਥਰੂਆਂ 'ਚ ਇੰਨੇ ਕੁ ਭਾਵੁਕ ਢੰਗ ਨਾਲ ਬੋਲਦੇ ਹੈਗੇ ਕਿ ਇਹ ਜਿਹੜੇ ਐਕਟ ਹੈਗੇ ਸਾਡੇ ਲਈ ਬਹੁਤ ਘਾਤਕ ਹੋ ਗਏ, ਸਾਡਾ ਬਹੁਤ ਨੁਕਸਾਨ ਹੋ ਜਾਊਗਾ ਇੱਥੇ। ਤੇ ਅਗਰ ਮੰਨ ਲਿਓ ਅਗਰ ਇਹ ਸਰਕਾਰ ਦੀ ਮਤਲਬ ਅਗਰ ਕੋਈ ਜਿਹੜੀ ਨੀਤੀ ਹੈ ਉਹ ਜੀ ਆਉਂਦੀ ਹੈਗੀ ਆ, ਇਹ ਉਹਨਾਂ 'ਚ ਬਹੁਤ ਉਹਨਾਂ ਲਈ ਘਾਤਕ ਹੈਗੀ। ਔਰ ਇੱਕ ਗੱਲ ਹੋਰ ਹੈ, ਜਿਹੜਾ ਅਗਰ ਕ੍ਰੌਪ ਹੋਲਡਿੰਗ ਵੀ ਹੋਊਗੀ ਇਹਦੇ 'ਤੇ, ਮੰਨ ਲਿਓ ਅਗਰ ਕ੍ਰੌਪ ਹੋਲਡਿੰਗ ਇੱਕ ਸੀਜ਼ਨ ਲਈ ਤੁਸੀਂ ਕਰ ਲਈ ਹੈਗੀ, ਅਗਰ ਉਸ ਸੀਜ਼ਨ 'ਤੇ ਕ੍ਰੌਪ ਹੋਲਡਿੰਗ ਕਰਕੇ ਤੁਸੀਂ ਹੋਰ ਉਹਨੂੰ ਮਤਲਬ ਵਧਾ ਕੇ ਵੇਚੋਗੇ, ਮਤਲਬ ਜਿਹੜਾ ਪੂੰਜੀਵਾਦ ਦਾ ਜਿਹੜਾ ਸਿਸਟਮ ਹੈਗਾ ਕਿ ਮੁਨਾਫਿਕਤ ਕਰਕੇ, ਤੇ ਉਹ ਵੀ ਇਤਨਾ ਘਾਤਕ ਹੈਗਾ ਇਹਦੇ ਵਾਸਤੇ। ਸੋ ਅਰਨਬ ਜੀ ਦਾ ਕਹਿਣਾ ਆ ਕਿ ਇਹਦੇ ਨਾਲ ਇਕੱਲੇ ਕਿਸਾਨਾਂ ਦੀਆਂ ਦਿੱਕਤਾਂ ਨਹੀਂ ਵਧਣਗੀਆਂ, ਸਗੋਂ ਪੂਰੇ ਮੁਲਕ ਦੇ ਜਿਹੜੇ ਆਮ ਲੋਕੀ ਨੇ ਉਹਨਾਂ ਨੂੰ ਚੀਜ਼ਾਂ ਬਹੁਤ ਮਹਿੰਗੀਆਂ ਮਿਲਣਗੀਆਂ ਤੇ ਜਿਉਣਾ ਮਹਾਲ ਹੋ ਜਾਏਗਾ। ਸ਼ੁਕਰੀਆ ਅਰਨਬ ਜੀ। ਚੰਡੀਗੜ੍ਹ ਦੇ ਹੀ ਰਹਿਣ ਵਾਲੇ ਇੱਕ ਸੇਵਾ ਮੁਕਤ ਹੇਮਰਾਜ ਜੀ ਨਾਲ ਅਸੀਂ ਗੱਲ ਕਰਦੇ ਹਾਂ। ਹੇਮਰਾਜ ਜੀ, ਤੁਸੀਂ ਚੰਡੀਗੜ੍ਹ ਕਿੱਥੇ ਰਹਿੰਦੇ ਹੋ? ਮੈਂ ਸੈਕਟਰ 45 ਚੰਡੀਗੜ੍ਹ। ਜੀ, ਤੁਸੀਂ ਕਿਹੜੇ ਡਿਪਾਰਟਮੈਂਟ 'ਚੋਂ ਰਿਟਾਇਰ ਹੋਏ? ਪੰਜਾਬ ਬਿਜਲੀ ਬੋਰਡ 'ਚ ਰਿਟਾਇਰ ਹੋਇਆ ਜੀ। ਜਿਹੜੇ ਨਵੇਂ ਖੇਤੀ ਕਾਨੂੰਨ ਕੇਂਦਰ ਸਰਕਾਰ ਨੇ ਲਿਆਂਦੇ ਨੇ ਤੇ ਕਿਸਾਨ ਉਹਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਹਰ ਬਾਰਡਰਾਂ ਤੇ ਘੇਰਾਬੰਦੀ ਕਰਕੇ ਬੈਠੇ ਨੇ, ਮੋਰਚੇ ਲਾ ਕੇ ਬੈਠੇ ਨੇ, ਤੁਸੀਂ ਉਹਨਾਂ ਬਾਰੇ ਕੀ ਸੋਚਦੇ ਹੋ ਤੇ ਖੇਤੀ ਕਾਨੂੰਨਾਂ ਬਾਰੇ ਕੀ ਸੋਚਦੇ ਹੋ? ਦੇਖੋ, ਜਿਹੜੇ ਕਿਸਾਨ ਹੈ ਉਹ ਬਿਲਕੁਲ ਆਪਣੇ ਹੱਕ ਦੀ ਲੜਾਈ ਲੜ ਰਹੇ ਹੈ। ਬੇਸਿਕਲੀ ਅਸੀਂ ਲੋਕ ਵੀ ਉਹਨਾਂ ਨਾਲ ਭਾਵੇਂ ਜੌਬ ਕੀਤੀ ਹੈ, ਰਿਟਾਇਰ ਹੋ ਗਿਆ, ਅਸੀਂ ਵੀ ਬੇਸਿਕਲੀ ਪਿੰਡਾਂ 'ਚ ਰਹਿਣ ਵਾਲੇ ਉਹਨਾਂ ਦੇ ਨਾਲ ਹੀ ਜੁੜੇ ਹੋਏ ਹਾਂ ਔਰ ਉਹ ਬਿਲਕੁਲ ਆਪਣੀ ਹੱਕ ਦੀ ਲੜਾਈ ਲੜ ਰਹੇ ਹਾਂ ਤੇ ਅਸੀਂ ਸਭ ਲੋਕ ਉਹਨਾਂ ਦੇ ਨਾਲ ਸਹਿਮਤ ਹਾਂ। ਇਹ ਤੁਹਾਨੂੰ ਲੱਗਦਾ ਵੀ ਕਿਸਾਨਾਂ ਦੇ ਬਹਾਨੇ ਸਰਕਾਰ ਸਾਰਿਆਂ ਦਾ, ਆਮ ਲੋਕਾਂ ਦਾ ਵੀ ਨੁਕਸਾਨ ਕਰ ਰਹੀ ਹੈ, ਮਹਿੰਗੀਆਂ ਕਰਕੇ ਚੀਜ਼ਾਂ ਜਾਂ ਕਾਰਪੋਰੇਟ ਘਰਾਣਿਆਂ ਨੂੰ ਚੀਜ਼ਾਂ ਸੌਂਪ ਕੇ ਸੋਰਸਿਸ? ਇਹ ਸਿਰਫ ਚੰਦ ਘਰਾਣੇ ਹੈ ਜਿਨ੍ਹਾਂ ਦੇ ਹੱਕ ਦੇ ਵਿੱਚ ਜ਼ਿਆਦਾ ਕਾਨੂੰਨ ਜਿਹੜਾ ਬਿੱਲ ਹੈ ਉਹ ਉਧਰ ਜਾਂਦਾ ਹੈ, ਆਮ ਜਨਤਾ ਦੇ ਹੱਕ ਵਿੱਚ ਬਿੱਲ ਨਹੀਂ ਹੈ। ਕਿਸ ਤਰ੍ਹਾਂ ਤੁਸੀਂ ਮੰਨਦੇ ਹੋ ਕਿ ਇਹ ਆਮ ਜਨਤਾ ਦੇ ਵਿਰੋਧ ਵਿੱਚ ਹੈ? ਆਮ ਜਨਤਾ ਦਾ ਵਿਰੋਧ ਇਸ ਤਰ੍ਹਾਂ, ਇਹ ਬਿੱਲ ਦੇਖੋ ਇਹਨਾਂ ਨੇ ਹੁਣ ਲਿਆਂਦਾ, ਬਲਕਿ ਜੋ ਇਹਨਾਂ ਨੇ ਸਟੋਰੇਜ ਕਰਨੀ ਸੀ ਉਹ ਇਹਨਾਂ ਨੇ ਸਾਲ ਡੇਢ ਸਾਲ ਪਹਿਲਾਂ ਤੋਂ ਹੀ ਗੋਦਾਮ ਬਣਾਏ ਹੋਏ ਆ, ਤੇ ਇਹਨਾਂ ਨੇ ਇਹ ਹੁਣ ਆ ਕੇ ਬਿੱਲ ਪਾਸ ਕਰਾ ਦਿੱਤਾ। ਯਾਨੀ ਕਿ ਮਿੱਥ ਕੇ ਲਿਆਂਦਾ ਇਹਨਾਂ ਨੇ, ਉਹਨਾਂ ਨੂੰ ਪਲੈਨਿੰਗ ਸੀ ਇਹਨਾਂ ਦੀ। ਉਹ ਪਾਰਟੀਕਲੀ ਜਿਹੜੇ ਪ੍ਰਾਈਵੇਟ ਘਰਾਣੇ ਆ 5-4 ਉਹਨਾਂ ਨੂੰ ਹੀ ਫਾਇਦਾ ਦੇਣ ਵਾਸਤੇ। ਤੇ ਇਹ ਕੀ ਤੁਹਾਡੇ ਮੁਤਾਬਕ ਕੀ ਸਾਰੇ ਆਮ ਲੋਕਾਂ ਨੂੰ, ਜਿਹੜੇ ਕਿਸਾਨ ਵੀ ਨਹੀਂ ਹਨ, ਉਹਨਾਂ ਨੂੰ ਇਹ ਸਮਝ ਹੈਗੀ ਹੈ ਕਿ ਉਹਨਾਂ ਦੇ ਖਿਲਾਫ ਜਾ ਰਹੇ ਨੇ ਇਹ ਬਿੱਲ? ਉਹਨਾਂ ਨੂੰ ਚੀਜ਼ਾਂ ਮਹਿੰਗੀਆਂ ਮਿਲਣਗੀਆਂ, ਸਟੋਰੇਜ ਮਤਲਬ ਜ਼ਖੀਰੇਬਾਜ਼ੀ ਹੋਏਗੀ, ਕਿਉਂਕਿ ਕਾਨੂੰਨੀ ਕਰ ਦਿੱਤੀ ਹੈ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਤਹਿਤ ਉਹ ਚੀਜ਼ ਨੂੰ ਸਟੋਰ ਕਰ ਸਕਣਗੇ ਵੱਡੀ ਮਾਤਰਾ 'ਚ। ਜ਼ਖੀਰੇਬਾਜ਼ੀ ਜਦ ਕਿ ਪਹਿਲੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਇੱਕ ਲਿਮਿਟ ਰੱਖੀ ਹੋਈ ਸੀ, ਜ਼ਖੀਰੇਬਾਜ਼ੀ ਤੁਸੀਂ ਇੰਨੀ ਕਰਨੀ ਆ, ਇਹਨਾਂ ਨੇ ਲਿਮਿਟ ਬਿਲਕੁਲ ਖੋਲ੍ਹਤੀ ਵੀ ਜਿੰਨਾ ਮਰਜ਼ੀ ਸਟੋਰ ਕਰੋ ਤੁਸੀਂ। ਸੋ ਲੋਕਾਂ ਨੂੰ ਚੀਜ਼ਾਂ ਮਹਿੰਗੀਆਂ ਮਿਲਣਗੀਆਂ, ਬਹੁਤ ਮਹਿੰਗੀਆਂ ਮਿਲਣਗੀਆਂ ਜੀ, ਬਹੁਤ ਹੋਣੀ। ਤੁਸੀਂ ਦੇਖੋ ਜਦੋਂ ਦੀ ਇਹ ਗਵਰਨਮੈਂਟ ਆਈ ਆ ਕਿੰਨੇ % ਸਿਲੰਡਰ ਤੋਂ ਕਿੰਨਾ ਵੱਧ ਗਿਆ, ਪੈਟਰੋਲ ਦੇਖੋ ਕਿੰਨਾ ਵੱਧ ਗਿਆ, ਔਰ ਜੇ ਜਿਹਦੇ ਖਣੇ ਚੀਜ਼ਾਂ ਨੇ ਇਹ ਤਾਂ ਬਹੁਤ ਅਸਮਾਨ ਨੂੰ ਛੂਹਣਗੀਆਂ। ਇਹ ਆਲੂ ਪਿਆਜ਼ ਵਰਗੀਆਂ ਚੀਜ਼ਾਂ। ਬਿਲਕੁਲ ਹਾਂ। ਤੁਹਾਨੂੰ ਲੱਗਦਾ ਵੀ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਜਾਂ ਨਹੀਂ? ਬਿਲਕੁਲ ਰੱਦ ਕਾਨੂੰਨ ਹੋਣਗੇ ਤੇ ਮੋਦੀ ਵੀ ਹਗੋਂ ਖੁਸ਼ ਰਹੇਗਾ ਜਨਤਾ ਦੇ ਉੱਪਰ। ਜੇ ਮੋਦੀ ਰੱਦ ਕਰਦਾ ਨਾ ਹੈ ਤੇ ਮੋਦੀ ਦੇ ਫਿਰ ਵੀ ਹੈਲਪ ਵਿੱਚ ਲੋਕ ਹੋ ਸਕਦਾ ਚਲੇ ਜਾਣ, ਜੇ ਰੱਦ ਨਹੀਂ ਕਰਦਾ ਤੇ ਮੋਦੀ ਦੇ ਵਰਖਲਾਫ ਸਾਰੀ ਜਨਤਾ ਰਹੇਗੀ। ਸੋ ਹੇਮਰਾਜ ਜੀ ਦਾ ਕਹਿਣਾ ਕਿ ਜੇ ਇਹ ਕਾਨੂੰਨ ਰੱਦ ਕਰ ਦੇਣ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤਾਂ ਲੋਕ ਉਹਨਾਂ ਦੇ ਨਾਲ ਹੋਣਗੇ ਤੇ ਉਹਨਾਂ ਤੋਂ ਖੁਸ਼ ਹੋਣਗੇ, ਅਦਰਵਾਈਜ਼ ਲੋਕ ਉਹਨਾਂ ਤੋਂ ਖਫਾ ਹਨ। ਇਹਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੀ ਨਹੀਂ ਆਮ ਲੋਕਾਂ ਦੇ ਵੀ ਬਿਲਕੁਲ ਖਿਲਾਫ ਹਨ। ਇੱਥੇ ਅਸੀਂ ਕੁਝ ਵਿਦਿਆਰਥੀਆਂ ਤੋਂ ਜਾਣਨਾ ਚਾਹੁੰਦੇ ਹਾਂ ਕਿ ਉਹ ਖੇਤੀ ਕਾਨੂੰਨਾਂ ਬਾਰੇ ਕੀ ਜਾਣਦੇ ਨੇ। ਹਾਂਜੀ, ਤੁਸੀਂ ਚੰਡੀਗੜ੍ਹ ਦੇ ਹੋ ਜਾਂ ਕਿੱਥੋਂ ਦੇ ਹੋ? ਹਰਿਆਣਾ ਦੇ ਹਾਂ ਜੀ, ਕੈਥਲ ਤੋਂ। ਕੀ ਨਾਂ ਹੈ ਤੁਹਾਡਾ? गोविंद नाम है जी। ਗੋਬਿੰਦ, ਕੀ ਕਰਦੇ ਹੋ ਤੁਸੀਂ? जी ग्रे मैटर्स में पढ़ते हैं, ये आइलेट्स की कोचिंग ले रहे हैं ਜੀ। ਅੱਛਾ, ਜੋ ਨਵੇਂ ਖੇਤੀ ਕਾਨੂੰਨ ਲਿਆਂਦੇ ਨੇ ਸਰਕਾਰ ਨੇ, ਕੇਂਦਰ ਨੇ, ਉਹਨਾਂ ਬਾਰੇ ਕੀ ਸੋਚਣਾ ਹੈ ਤੁਹਾਡਾ? जी। मेरे हिसाब से जी गलत है जी ये। कैसे गलत है? जीरी ली जी अपन बिकी नहीं रही,
कुछ नहीं बिक रहा। ऑनलाइन रजिस्ट्रेशन करा के जो अनपढ़ है जी, जो हमारे बाप दादा है जो कर रहे हैं, कैसे करेंगे ऑनलाइन? कर ही नहीं सकते वो। अगर ऑनलाइन नहीं करेंगे तो वो वहाँ पे बिकेगी नहीं। और क्या दिक्कतें हैं आपके हिसाब से फिर इन कानूनों में? एमएसपी दिखा कुछ रहे हैं, रेट कुछ मिल रहा है। हाँ जी। ਨਹੀਂ ਪਰ ਇਹ ਤਾਂ ਆਪ ਕਾਨੂੰਨ ਤਾਂ ਹੁਣ ਲਿਆਂਦੇ ਨੇ ਨਾ ਨਵੇਂ, ਤੇ ਉਹ ਤਾਂ ਐਮਐਸਪੀ ਤਾਂ ਪਹਿਲਾਂ ਦਾ ਕਾਨੂੰਨ ਹੈ। अच्छा जी। ਉਹ ਜਿਹੜੇ ਹੁਣ ਕਿਸਾਨ ਜਿਸ ਤਰ੍ਹਾਂ ਟਿੱਕਰੀ ਸਿੰਘੂ ਬਾਰਡਰ ਤੇ ਬੈਠੇ ਨੇ ਜਾਂ ਜੈਪੁਰ ਹਾਈਵੇ ਦਿੱਲੀ ਹਾਈਵੇ ਉਹਨਾਂ ਨੇ ਬੰਦ ਰੋਕਿਆ ਹੋਇਆ ਹਾਲੇ ਰਾਜਸਥਾਨ ਵਾਲਿਆਂ ਨੇ, ਹਰਿਆਣਾ ਪੰਜਾਬ ਵਾਲੇ, ਤਾਮਿਲਨਾਡੂ, ਉੜੀਸਾ, ਮਹਾਰਾਸ਼ਟਰ ਵਗੈਰਾ ਦੇ ਕਿਸਾਨ ਇਕੱਠੇ ਹੋਏ ਨੇ, ਉਹ ਤੁਹਾਨੂੰ ਕੀ ਲੱਗਦਾ ਉਹ ਕਾਨੂੰਨ ਗਲਤ ਨੇ ਠੀਕ ਨੇ? गलत नहीं जी, ਤੁਹਾਡੇ ਮੁਤਾਬਕ ਉਹ ਰੱਦ ਹੋਣੇ ਚਾਹੀਦੇ? रद्द होने चाहिए जी। ਕੁਛ ਤੁਹਾਨੂੰ ਹੋਰ ਕੀ ਗਲਤ ਲੱਗਦਾ ਐਮਐਸਪੀ ਤੋਂ ਇਲਾਵਾ? और तो जी बस ठीक ही है, लेकिन मतलब गलत है जी वो, मतलब एमएसपी गलत दे दी, अब कानून बना दिए। और ये जी बस महंगाई बढ़ाने के रास्ते ही खोल रहे हैं बस अपने। जैसे ये इनके अंडर आ जाएंगी, ये प्राइवेट सेक्टर के अंडर आ जाएंगी ये चीज़, और फिर प्राइवेट सेक्टर अंडर आने के बाद जो 10 रुपए की चीज़ है वो 20 रुपए में मिलेगी आम लोगों को जी। ਸੋ ਗੋਬਿੰਦ ਦਾ ਕਹਿਣਾ ਹੈ ਕਿ ਮਹਿੰਗਾਈ ਵਧੇਗੀ ਤੇ ਇਹ ਕਿਸਾਨਾਂ ਲਈ ਫਾਇਦੇਮੰਦ ਨਹੀਂ ਹਨ। ਭਾਵੇਂ ਇਹਨਾਂ ਨੇ ਇਹ ਐਕਸਪਲੇਨ ਨਹੀਂ ਕੀਤਾ, ਇਹ ਇਲੈਬੋਰੇਟ ਨਹੀਂ ਕਰ ਸਕੇ ਕਿ ਕਿਸ ਤਰ੍ਹਾਂ, ਪਰ ਇਹਨਾਂ ਨੂੰ ਜਾਪਦਾ ਹੈ ਕਿ ਇਹ ਕਾਨੂੰਨ ਠੀਕ ਨਹੀਂ ਹਨ। ਸੋ ਇਹ ਰੱਦ ਹੋਣੇ ਚਾਹੀਦੇ ਨੇ। रद्द होना चाहिए जी। ਸੋ ਗੋਬਿੰਦ ਦਾ ਕਹਿਣਾ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਅਸੀਂ ਸੈਕਟਰ 17 ਵਿੱਚ ਹੀ ਇੱਕ ਹੋਰ ਵਿਅਕਤੀ ਨਾਲ ਗੱਲ ਕਰਦੇ ਹਾਂ। ਹਾਂਜੀ, ਤੁਹਾਡਾ ਨਾਮ? आप हिंदी में बोलोगे? ਹਾਂਜੀ ਹਾਂਜੀ, ਆਪਕਾ ਨਾਮ? मेरा नाम डॉक्टर कैलाश है। आप कहाँ से हो? मैं बेसिकली दिल्ली से हूँ। जी जी। तो आप बताएंगे कि जो नए एग्रीकल्चरल लॉज सेंट्रल गवर्नमेंट लाई है और फार्मर्स उनके विरोध में बैठे हैं दिल्ली के बॉर्डर्स पे मोर्चा लगा के, तो आप इन कानूनों के बारे में क्या कहेंगे? देखो, जो अन्नदाता है वो कभी भी बिना बात के किसी भी राज्य की सीमा ब्लॉक नहीं करता है, तो उनकी जो डिमांड है वो जायज़ है। और मुझे लगता है कि जो केंद्र सरकार को इस बारे में सुनना चाहिए और उनकी जो भी मांग है वो जल्दी से जल्दी पूरी करनी चाहिए। नहीं, वो तो चाहते हैं कि ये एक्ट्स बिल्कुल ही ख़त्म कर दिए जाएं। नहीं, ये एक्ट जो है उसमें जो मिनिमम समर्थन मूल्य वाली जो डिमांड है फार्मर्स की वो जायज़ है, और वो उसको लिखित में जोड़ना चाहिए इस मांग को, तभी किसानों को अपनी जगह से हिलना चाहिए। कि अगर वो इतने दिनों से संघर्ष कर रहे हैं तो अभी आगे भी रहना चाहिए जब तक उनकी मांग मान न ली जाए। फार्मर्स ही चाहते हैं कि ये टोटली ख़त्म कर दिए जाएं ये लॉज जो नए लाए हैं, जो पहले वाले हैं वो रहने चाहिए। जी, 3 नए कानून लाए हैं और तीनों को ही पूरी तरह से हटा दिया जाना चाहिए। इनको लगाने की ज़रूरत भी नहीं है, क्योंकि अगर ये तीनों कानून हट भी जाएंगे तब भी किसानों को कुछ नया तो कुछ नहीं मिलने वाला। कम से कम जो पहले से सुविधाएं जारी थी वो तो मिलती रहे किसानों को। तो मैं चाहता हूँ कि मैं फार्मर्स के साथ हूँ और वो तीनों कानून हटना चाहिए, पूरी तरह से हटना चाहिए। ਸੋ ਡਾਕਟਰ ਕੈਲਾਸ਼ ਉਹਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਬਿਲਕੁਲ ਰੱਦ ਹੋਣੇ ਚਾਹੀਦੇ ਨੇ ਤੇ ਉਹ ਕਿਸਾਨਾਂ ਦੇ ਨਾਲ ਨੇ। ਹਾਂਜੀ, ਸੈਕਟਰ 17 ਪਲਾਜ਼ਾ ਵਿੱਚ ਹੀ ਅਸੀਂ ਇੱਕ ਹੋਰ ਮੁਟਿਆਰ ਨੂੰ ਮਿਲਦੇ ਹਾਂ। ਹਾਂਜੀ, ਤੁਹਾਡਾ ਨਾਮ? रिया। रिया, हिंदी या पंजाबी चलेंगे? हिंदी हिंदी जी। रिया, जो नए एग्रीकल्चरल लॉज लाए हैं सेंट्रल गवर्नमेंट ने, तो उनके बारे में आपका क्या कहना है? क्योंकि किसान उनके खिलाफ हैं। अगर इतने सारे लोग उनके खिलाफ हैं तो देयर मस्ट बी कोई रीज़न होएगा उसके पीछे, एंड एक बार सुनना तो चाहिए उनको एटलीस्ट उनकी बातें, इंस्टेड ऑफ कमिंग टू अ कंक्लूजन ऑल टुगेदर। तो एक बार अगर सुन ले उनकी बातें एंड थोड़ा जस्टिफाई कर दें अपने रीजंस फॉर व्हाई दे आर डूइंग द लॉ, देन आई थिंक इट्स गोइंग टू मेक मोर सेंस। नहीं, वो कहते हैं कि इनमें कुछ भी अच्छा नहीं है किसानों के लिए, और सरकार मानी है कि 15-16 कमियां हैं उन लॉज में, तो वो उनको हटाने के लिए सहमत है। पर किसान कहते हैं कि ये हमारे बिल्कुल खिलाफ हैं और आम लोगों को भी चीज़ें महंगी मिला करेंगी, तो वो कहते हैं कि सभी लोगों के खिलाफ हैं। तो जो काम करे उनको ज़्यादा पता है ना लॉ के बारे में, उनको ज़्यादा पता है उनके लिए क्या अच्छा है, उनके लिए क्या बुरा है। गवर्नमेंट से ज़्यादा जो काम नहीं कर रहे उस पर जो वहाँ पे बैठ के बता रहे हैं क्या करना है क्या नहीं। एसी कमरों में? हाँ जी। अभी तो हीटेड कमरों में। तो वो जो ठंड में उधर बैठे हैं, लोगों की डेथ भी हुई है वहाँ पे, तो जो वहाँ पर हैं उनको ज़्यादा पता है कि क्यों वो उसके लिए इतना ज़्यादा लड़ रहे हैं। दे शुड लिसन टू देम एटलीस्ट। रिया, आप चंडीगढ़ से हो? हाँ जी, हाँ जी। कौन से सेक्टर? 36।
ਜੀ ਸੋ ਰੀਆ ਹੋਰਾਂ ਦਾ ਕਹਿਣਾ, ਜੋ ਚੰਡੀਗੜ੍ਹ ਤੋਂ ਨੇ, ਉਹਨਾਂ ਦਾ ਕਹਿਣਾ ਕਿ ਜੋ ਉੱਥੇ ਇੰਨੀ ਸਰਦੀ ਵਿੱਚ ਬੈਠੇ ਨੇ ਉਹ ਸ਼ੌਕ ਨੂੰ ਨਹੀਂ ਬੈਠੇ, ਸਰਕਾਰ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਉਹ ਬਿਹਤਰ ਜਾਣਦੇ ਨੇ ਜੋ ਖੇਤਾਂ 'ਚ ਕੰਮ ਕਰਦੇ ਨੇ। ਏਸੀ ਜਾਂ ਗਰਮ ਕਮਰਿਆਂ ਵਿੱਚ ਬੈਠ ਕੇ ਤੁਸੀਂ ਲੌਜ਼ ਨਹੀਂ ਬਣਾ ਸਕਦੇ ਆਮ ਲੋਕਾਂ ਲਈ। ਆਪਾਂ ਹੋਰ ਮੁਟਿਆਰਾਂ ਨੂੰ ਮਿਲਦੇ ਹਾਂ। ਹਾਂਜੀ, ਤੁਸੀਂ ਚੰਡੀਗੜ੍ਹ ਦੇ ਹੋ? ਹਾਂਜੀ ਮੈਮ। ਪ੍ਰੋਪਰ ਚੰਡੀਗੜ੍ਹ ਦੇ ਹੋ, ਇੱਥੇ ਹੀ ਰਹਿੰਦੇ ਹੋ? ਨਹੀਂ ਮੈਮ, ਬੇਸਿਕਲੀ ਆਮ ਨਾਟ ਫਰਮ ਚੰਡੀਗੜ੍ਹ ਬਟ ਆਮ ਸਟੱਡਿੰਗ ਇਨ ਚੰਡੀਗੜ੍ਹ। ਕੀ ਕਰਦੇ ਹੋ ਇੱਥੇ ਤੇ ਤੁਹਾਡਾ ਨਾਂ ਕੀ ਹੈ? ਆਮ ਅਮਨਦੀਪ ਕੌਰ ਪੰਨੂ ਐਂਡ ਆਮ ਪਰਸੂਇੰਗ ਬੈਚਲਰ ਆਫ ਲਾਜ਼। ਓਕੇ, ਤੁਹਾਡਾ ਨਾਂ ਕੀ ਹੈ ਜੀ? ਜੀ ਮੇਰਾ ਨਾਮ ਹੀਨਾ ਸ਼ਰਮਾ ਹੈ। ਹਾਂਜੀ ਤੁਸੀਂ ਵੀ ਇੱਥੇ ਪੜ੍ਹਦੇ ਹੋ? ਹਾਂਜੀ ਇੱਥੇ ਹੀ ਪੜ੍ਹਦੀ ਹਾਂ। ਜਿਹੜੇ ਕੇਂਦਰ ਸਰਕਾਰ ਨਵੇਂ ਐਗਰੀਕਲਚਰਲ ਲਾਜ਼ ਲਿਆਈ ਹੈ ਤੇ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ, ਤੁਸੀਂ ਉਹਨਾਂ ਬਾਰੇ ਕੀ ਸੋਚਦੇ ਹੋ? ਐਕਚੁਅਲੀ ਮੈਮ ਫਸਟ ਆਫ ਆਲ ਤਾਂ ਮੈਂ ਇਵੇਂ ਸੋਚਦੀ ਹਾਂ ਕਿ ਵੀ ਇਫ ਵੀ ਆਰ ਸਿਟੀਜ਼ਨਸ ਆਫ ਇੰਡੀਆ ਤਾਂ ਕੁਝ ਵੀ ਰੂਲਸ ਬਣਦੇ ਆ ਉਹ ਹਰ ਇੱਕ ਦੇ ਫਾਇਦੇ ਵਾਸਤੇ ਬਣਦੇ ਆ। ਪਰ ਜੇ ਕੋਈ ਇੰਨਾ ਜ਼ਿਆਦਾ ਹੈਵੀ ਮੈਜੋਰਿਟੀ ਦੇ ਵਿੱਚ ਆਪਾਂ ਉਸ ਚੀਜ਼ ਦਾ ਵਿਰੋਧ ਚੱਲ ਰਿਹਾ ਤਾਂ ਓਬਵੀਅਸਲੀ ਦੇਅਰ ਇਜ਼ ਸਮਥਿੰਗ ਜਿਹੜਾ ਉਹਨਾਂ ਨੂੰ ਨਹੀਂ ਪਸੰਦ। ਤਾਂ ਜੇ ਲਾਜ਼ ਸਾਡੇ ਲਈ ਬਣੇ ਨੇ ਤੇ ਜੇ ਕੋਈ ਬੰਦੇ ਜਿਹੜੇ ਆ ਸਾਡੇ ਲਈ ਲਾਜ਼ ਬਣਦੇ, ਜੇ ਅਸੀਂ ਨਹੀਂ ਚਾਹੁੰਦੇ ਉਹ ਲਾਜ਼, ਤਾਂ ਫਿਰ ਲਾਜ਼ ਕਿਉਂ? ਕਿਸਾਨਾਂ ਦਾ ਕਹਿਣਾ ਕਿ ਇਹ ਉਹਨਾਂ ਦੇ ਖਿਲਾਫ ਨੇ, ਉਹਨਾਂ ਨੂੰ ਜ਼ਮੀਨਾਂ, ਉਹਨਾਂ ਨੂੰ ਅਡਾਨੀਆਂ ਅੰਬਾਨੀਆਂ ਨੂੰ ਚਲੀਆਂ ਜਾਣੀਆਂ ਉਹਨਾਂ ਦੀਆਂ ਜ਼ਮੀਨਾਂ, ਤੇ ਸਭ ਤੋਂ ਜ਼ਿਆਦਾ ਜ਼ਰੂਰੀ ਕਿ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਉਹ ਸਟੋਰੇਜ ਨੂੰ ਲੀਗਲ ਕਰਦਾ, ਜੋ ਕਿ ਪਹਿਲਾਂ ਇਲੀਗਲ ਸੀ। ਤੇ ਹੁਣ ਉਹਨਾਂ ਦਾ ਕਹਿਣਾ ਕਿ ਇਹਦੇ ਨਾਲ ਆਮ ਲੋਕਾਂ ਨੂੰ ਵੀ ਚੀਜ਼ਾਂ ਬਹੁਤ ਮਹਿੰਗੀਆਂ ਮਿਲਣਗੀਆਂ, ਕਿਸਾਨੀ ਪਹਿਲਾਂ ਹੀ ਘਾਟੇ ਵਿੱਚ ਹੈ। ਐਕਚੁਅਲੀ ਮੈਮ ਪਤਾ ਕੀ ਹੋਊਗਾ, ਜਿਵੇਂ ਐਸੈਂਸ਼ੀਅਲ ਕਮੋਡਿਟੀਜ਼ ਨੇ, ਅਗਰ ਉਹ ਸਟੋਰ ਕਰ ਲੈਣਗੇ ਤਾਂ ਤੁਸੀਂ ਇਹ ਦੇਖੋ ਨਾ ਵੀ ਜਦੋਂ ਉਹ ਸਟੋਰ ਕਰ ਲੈਣਗੇ, ਜਦੋਂ ਮਾਰਕੀਟ ਦੇ ਵਿੱਚ ਡਿਮਾਂਡ ਜ਼ਿਆਦਾ ਹੋਊਗੀ ਨਾ, ਉਹ ਉਦੋਂ ਉਹ ਚੀਜ਼ਾਂ ਨੂੰ ਸਪਲਾਈ ਕਰਨਗੇ ਤੇ ਹਾਈ ਰੇਟਸ ਤੇ ਦੇਣਗੇ। ਓਬਵੀਅਸਲੀ ਮਾਰਕੀਟ 'ਚ ਉਂਝ ਤਾਂ ਮਿਲਣੀਆਂ ਨਹੀਂ, ਤੇ ਕਿਸਾਨਾਂ ਨੂੰ ਉਹ ਭਾਅ ਨਹੀਂ ਮਿਲ ਰਿਹਾ ਨਾ, ਉਹ ਤਾਂ ਹੈ ਹੀ ਨਹੀਂ। ਜਦੋਂ ਨਾਰਮਲੀ ਆਏ ਤਾਂ ਹੀ ਤਾਂ ਉਹ ਉੱਥੇ ਬੈਠੇ ਨੇ ਸਟ੍ਰਾਈਕ ਤੇ, ਨਹੀਂ ਤਾਂ ਉਹਨਾਂ ਨੂੰ ਕੀ ਲੋੜ ਹੈ ਠੰਡ 'ਚ ਬੈਠਣ ਦੀ। ਇਹਨਾਂ ਤੁਸੀਂ ਕੀ ਸੋਚਦੇ ਹੋ? ਨਹੀਂ ਆਪਾਂ ਐਗਰੀ ਕਰਦੇ ਹਾਂ ਜਿਹੜੇ ਇਹਨਾਂ ਨੇ ਕੀਤਾ ਹੈ, ਮਤਲਬ ਆਪਣੇ ਕਿਸਾਨ ਉਹਨਾਂ ਨੇ ਕੀਤਾ ਹੈ ਤੇ ਉਹ ਰਾਈਟ ਕਰ ਰਹੇ ਆ, ਜਿਹੜੀ ਉਹਨਾਂ ਦੀ ਮੰਗਾਂ ਪੂਰੀਆਂ ਕੀਤੀ ਜਾਣ। ਯਾਨੀ ਕਾਨੂੰਨ ਰੱਦ ਕੀਤੇ ਜਾਣ? ਹਾਂਜੀ ਰੱਦ ਕੀਤੇ ਜਾਣ। ਕਿਉਂਕਿ ਮੈਮ ਦੇਖੋ ਨਾ, ਇਵੇਂ ਹੈ ਕਿ ਜਿੱਦਾਂ ਪਹਿਲਾਂ ਸੀਗਾ, ਆਪਾਂ ਨੂੰ ਕੋਈ ਵੀ ਪ੍ਰੋਬਲਮ ਹੈ ਬੀਇੰਗ ਸਿਟੀਜ਼ਨ ਆਫ ਇੰਡੀਆ, ਆਪਾਂ ਕੋਰਟ ਆਫ ਲਾਅ 'ਚ ਜਾ ਕੇ ਆਪਣਾ ਕੋਈ ਵੀ ਆਪਣਾ ਕੁਝ ਵੀ ਆਪਾਂ ਨੂੰ ਕੋਈ ਪ੍ਰੋਬਲਮ ਆ, ਆਪਾਂ ਡਿਸਪਿਊਟ ਉੱਥੇ ਕਰ ਸਕਦੇ ਹਾਂ, ਕੁਝ ਵੀ ਆਪਣਾ ਅੱਗੇ ਕੈਰੀ ਔਨ। ਬਟ ਉਹਨਾਂ ਨੇ ਇੱਕ ਰੂਲ ਦੇ ਵਿੱਚ ਇਵੇਂ ਕਿਹਾ ਹੈ ਕਿ ਵੀ ਬੰਦਾ ਜਿਹੜਾ ਕੋਈ ਫਾਰਮਰ ਹੈ, ਉਹਨੂੰ ਕੋਈ ਡਿਸਪਿਊਟ ਉਹਨੇ ਕੋਈ ਕੈਰੀ ਔਨ ਕਰਨਾ ਤਾਂ ਹੀ ਵਿਲ ਓਨਲੀ ਗੋ ਟੂ ਦੀ SDM, ਲਾਸਟ ਅਥਾਰਟੀ SDM ਜਾਂ DC। ਐਗਜ਼ੈਕਟਲੀ। ਐਂਡ ਫਿਰ ਕੋਰਟ ਆਫ ਲਾਅ, ਫਿਰ ਆਪਣੀ ਡੈਮੋਕ੍ਰੇਸੀ ਦਾ ਕੀ, ਆਪਾਂ ਡੈਮੋਕ੍ਰੇਸੀ ਕਹਿ ਸਕਦੇ, ਇੰਡੀਆ ਇਜ਼ ਅ ਡੈਮੋਕ੍ਰੈਟਿਕ ਕੰਟਰੀ। ਅਗਰ ਅਸੀਂ ਕੋਰਟ ਆਫ ਲਾਅ 'ਚ ਹੀ ਜਾ ਕੇ ਆਪਣੀ ਗੱਲ ਨਹੀਂ ਰੱਖ ਸਕਦੇ, ਵੀ ਜਸਟ ਗੋ ਟੂ SDM ਆਫਿਸ ਐਂਡ ਆਲ। SDM ਕਿੰਨਾ ਨੇ ਲਾਏ ਨੇ? ਠੀਕ ਹੈ, ਜੇ ਕੋਰਟ ਆਫ ਲਾਅ ਹੈ ਉੱਥੇ ਤਾਂ ਪਤਾ ਹੈ ਜਸਟਿਸ ਦੀ ਗੱਲ ਹੋ ਸਕਦੀ ਹੈ, ਫਾਰਮਰਸ ਨੂੰ ਉਹਨਾਂ ਦੇ ਹੱਕ ਮਿਲ ਸਕਦੇ ਆ। ਤੁਹਾਨੂੰ ਕੀ ਲੱਗਦਾ SDM ਦੇ ਕੋਲ ਜਾ ਕੇ ਉਹਨਾਂ ਨੂੰ ਹੱਕ ਮਿਲ ਜਾਣਗੇ? ਸੋ ਅਮਨਦੀਪ, ਤੁਸੀਂ ਜਿਸ ਤਰ੍ਹਾਂ ਲਾਅ ਪੜ੍ਹ ਰਹੇ ਹੋ, ਕਿਤੇ ਕੀ ਤੁਹਾਨੂੰ ਲੱਗਦਾ ਕਿ ਜਿਹੜੇ ਇਹਨਾਂ ਲਾਜ਼ ਨੂੰ ਲਿਆਈ ਹੈ ਸਰਕਾਰ, ਐਕਚੁਅਲੀ ਕੇਂਦਰ ਦੇ ਪਿੱਛੇ ਕੋਈ ਹੋਰ ਫੋਰਸ ਹੈ ਜਿਹੜੀ ਇਹ ਲਾਜ਼ ਉਹਨਾਂ ਤੋਂ ਲਾਗੂ ਕਰਵਾ ਰਹੀ ਹੈ? ਡੂ ਯੂ ਫੀਲ ਸੋ? ਦੇਖੋ, ਜੇ ਜਿੱਦਾਂ ਆਪਾਂ ਹੁਣ ਜੇ ਸੋਚੀਏ ਕਿ ਵੀ ਇਹ ਆਪਾਂ ਫੀਲ ਕਰਦੇ ਹਾਂ ਜਾਂ ਨਹੀਂ, ਜਾਂ ਕੁਝ ਵੀ ਹੈ, ਇਹ ਤਾਂ ਦੇਖ ਵੀ ਰਿਹਾ ਨਾ, ਅੰਬਾਨੀ ਅੰਡਾਨੀ ਦੇ ਨਾਰੇ ਮੁਰਦਾਬਾਦ ਦੇ ਕਿਉਂ ਲੱਗ ਰਿਹਾ? ਓਬਵੀਅਸਲੀ ਉਹਨਾਂ ਦਾ ਕੋਈ ਫੈਕਟ, ਉਹਨਾਂ ਦਾ ਕੋਈ ਪ੍ਰੋਫਿਟ ਇਸ ਚੀਜ਼ ਦੇ ਪਿੱਛੇ ਹੈਗਾ, ਤਾਂ ਹੀ ਤਾਂ ਫਿਰ ਸਾਡੇ ਉੱਥੇ ਕਿਸਾਨ ਬੈਠੇ ਨੇ ਇਸੇ ਕਰਕੇ ਹੀ। ਤਾਂ ਮੈਨੂੰ ਜਿੱਥੋਂ ਤੱਕ ਲੱਗਦਾ, ਫॉर ਮਾਈ ਫॉर ਮਾਈ ਪਰਸਨਲ ਵਿਊ, ਤਾਂ ਆਈ ਕੈਨ ਸੇ ਯੈਸ। ਸੋ ਇਹ ਰੱਦ ਹੋਣੇ ਚਾਹੀਦੇ ਨੇ? ਬਿਲਕੁਲ ਬਿਲकुल। ਇਹ ਕਿਸਾਨਾਂ ਦੇ ਤੇ ਆਮ ਲੋਕਾਂ ਦੇ ਖਿਲਾਫ ਨੇ? ਬਿਲਕੁਲ। ਸੋ ਇਹਨਾਂ ਦੋਵਾਂ ਮੁਟਿਆਰਾਂ ਦਾ ਕਹਿਣਾ ਕਿ ਇਹ ਕਾਨੂੰਨ ਆਮ ਲੋਕਾਂ ਦੇ ਖਿਲਾਫ ਨੇ। ਇਹ ਸਹਿਮਤ ਹੋਈਆਂ ਨੇ ਤੇ ਇਹਨਾਂ ਦਾ ਮੰਨਣਾ ਕਿ ਜੇ ਇੱਕ ਕਿਸਾਨ ਸਿਰਫ DC ਜਾਂ SDM ਤੱਕ ਜਾ ਸਕਦਾ ਹੈ, ਕੋਰਟ ਤੱਕ ਨਹੀਂ ਜਾ ਸਕਦਾ, ਤਾਂ ਇਹ ਡੈਮੋਕ੍ਰੇਸੀ ਨਹੀਂ ਹੈਗੀ ਤੇ ਉਹਦੇ ਹੱਕਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਸਿੱਧੇ ਅਸਿੱਧੇ ਰੂਪ ਵਿੱਚ ਡਾਕਾ ਆ। ਆਪਾਂ ਹੋਰ ਨੌਜਵਾਨਾਂ ਨੂੰ ਮਿਲਦੇ ਹਾਂ। ਜੀ, ਤੁਹਾਡਾ ਨਾਂ ਕੀ ਹੈ? ਪ੍ਰਭਜੀਤ ਸਿੰਘ ਜੀ। ਕਿੱਥੇ ਦੇ ਹੋ? ਚੰਡੀਗੜ੍ਹ ਦੇ ਹੋ? ਨਹੀਂ, ਮੈਂ ਖਮਾਣੋਂ ਤੋਂ ਆਈ, ਚੰਡੀਗੜ੍ਹ ਤੋਂ ਹੈਗਾ 35-40 ਕਿਲੋਮੀਟਰ ਦੂਰ। ਇੱਥੇ ਕੀ ਕਰਨਾ, ਕੰਮ ਆਏ ਹੋ ਜਾਂ ਪੜ੍ਹਦੇ ਹੋ ਇੱਥੇ? ਮੈਂ ਪੜ੍ਹਾਈ ਕੰਪਲੀਟ ਕੀਤੀ ਆ ਤੇ ਮੈਂ ਹੁਣ ਬਾਹਰ ਜਾਣੇ ਬਾਰੇ ਸੋਚਦਾ, ਤਾਂ ਮੈਂ ਇੱਥੇ ਗਿਆ। ਜਿਹੜੇ ਨਵੇਂ ਕਾਨੂੰਨ ਕੇਂਦਰ ਨੇ ਲਿਆਂਦੇ ਨੇ ਉਹਨਾਂ ਬਾਰੇ ਕੀ ਸੋਚਦੇ ਹੋ? ਇਹ ਗਲਤ ਨੇ ਕਾਨੂੰਨ। ਕਿਸ ਤਰ੍ਹਾਂ? ਹੱਕ 'ਚ ਨਹੀਂ। ਮੈਂ ਆਪ ਕਿਸਾਨ ਆ, ਮੇਰੇ ਦਾਦਾ ਜੀ ਵੀ ਕਿਸਾਨ ਸੀ, ਮੇਰੇ ਡੈਡੀ ਵੀ ਕਿਸਾਨ ਆ, ਮੈਂ ਆਪ ਵੀ ਖੇਤੀ ਕਰਦਾ, ਮੈਂ ਪੜ੍ਹਦਾ ਵੀ ਆ, ਤੇ ਗਲਤ ਨੇ, ਇਹ ਨਹੀਂ ਹੋਣੇ ਚਾਹੀਦੇ। ਕੀ ਪੜ੍ਹਦੇ ਹੋ? ਮੈਂ BSc ਮੈਡੀਕਲ ਕਰ ਲਈ, ਆਈ ਹੈਵ ਡਨ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਵੀ ਕਿਉਂ ਗਲਤ ਨੇ ਇਹ? ਦੇਖੋ ਜੀ, ਇਹਦੇ ਵਿੱਚ ਬੇਸਿਕ ਗੱਲਾਂ ਨੇ। ਇੱਕ ਤਾਂ ਇੱਦਾਂ ਵੀ ਪ੍ਰਾਈਵੇਟ ਪਲੇਅਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ, ਜਿਵੇਂ ਜਿਹੜਾ ਤੀਆ ਲਾਅ ਆ ਐਸੈਂਸ਼ੀਅਲ ਕਮੋਡਿਟੀਜ਼ ਦਾ, ਉਹਦੇ ਅਧੀਨ ਇੱਦਾਂ ਵੀ ਤੁਸੀਂ ਕਿੰਨੀ ਵੀ ਸਟੋਰੇਜ ਕਰ ਸਕਦੇ ਹੋ। ਜਿਹੜਾ ਬੰਦਾ ਸਟੋਰੇਜ ਕਰਕੇ ਰੱਖੂਗਾ ਉਹੀ ਪ੍ਰਾਈਸ ਤੈਅ ਕਰੂਗਾ, ਉਹ ਚਾਹੇ ਬਾਇਰ ਲਈ ਹੋਵੇ ਚਾਹੇ ਪ੍ਰੋਡਿਊਸਰ ਲਈ ਹੋਵੇ, ਦੋਨਾਂ ਵਾਸਤੇ ਉਹੀ ਕਰੂਗਾ। ਸੋ ਇੱਕੋ ਬੰਦੇ ਲਈ ਉਹ ਬਣਾਇਆ ਜਾ ਰਿਹਾ।
ਸੋ ਤੁਸੀਂ ਮੰਨਦੇ ਹੋ ਕਿ ਜਿਹੜਾ ਇਹ ਸਟੋਰੇਜ ਵਾਲਾ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਤੇ ਪੰਜਾਬ ਵਿੱਚ 2 ਥਾਵਾਂ ਤੇ ਮੋਗੇ ਦੇ ਨੇੜੇ ਇੱਕ ਪਿੰਡ ਵਿੱਚ ਅਤੇ ਛਾਜਲੀ ਵਿੱਚ ਅਡਾਨੀ ਦੇ ਬਹੁਤ ਵੱਡੇ ਸਾਈਲੋ ਬਣ ਚੁੱਕੇ ਨੇ ਸਟੋਰੇਜ ਲਈ, ਹੈ ਨਾ, ਤੇ ਤੁਸੀਂ ਮੰਨਦੇ ਹੋ ਕਿ ਇਹ ਆਮ ਲੋਕਾਂ ਨੂੰ ਵੀ ਦੇ ਵੀ ਬਹੁਤ ਖਿਲਾਫ, ਇਹਦਾ ਮਤਲਬ ਇਹ ਐਕਟ ਸਾਰਿਆਂ ਵਾਸਤੇ ਖਿਲਾਫ ਨੇ, ਕਿਉਂਕਿ ਉਹਨਾਂ ਨੂੰ ਚੀਜ਼ਾਂ ਬਹੁਤ ਮਹਿੰਗੀਆਂ ਮਹਿੰਗੀਆਂ ਮਿਲਣਗੀਆਂ, ਅਲੱਗ-ਅਲੱਗ ਜ਼ੋਨ ਵਾਸਤੇ ਹੋਣਗੀਆਂ, ਪ੍ਰੀਮੀਅਮ ਕੁਆਲਿਟੀ ਵਾਸਤੇ ਅਲੱਗ ਹੋਣਗੇ, ਲੋਕਾਂ ਵਾਸਤੇ, ਆਮ ਲੋਕਾਂ ਵਾਸਤੇ ਸਭ ਕੁਝ ਬਣੂਗਾ ਜੀ, ਬਹੁਤ ਮਹਿੰਗਾ ਕਰ ਦੇਣਗੇ ਤੇ ਪ੍ਰੋਡਿਊਸਰ ਨੂੰ ਤਾਂ ਉਹੀ ਮਿਲੂਗਾ ਜਿਹੜਾ ਘੱਟ ਮਿਲਿਆ MSP ਤੋਂ ਬਹੁਤ ਥੱਲੇ ਮਿਲੂਗਾ, ਕਿਉਂਕਿ ਜਦ ਉਹਨਾਂ ਕੋਲ ਹੋਊਗਾ 10 ਸਾਲ ਦਾ ਭੰਡਾਰ ਕਿਸੇ ਕੋਲ ਹੋਊਗਾ, ਕਿਉਂ ਮਹਿੰਗਾ ਖਰੀਦੂਗਾ ਜੀ, ਸਸਤਾ ਹੀ ਖਰੀਦੂਗਾ। ਸੋ ਪ੍ਰਭਜੀਤ ਸਿੰਘ ਨੇ ਇੱਕ ਨਵਾਂ ਪੱਖ ਸਾਹਮਣੇ ਲਿਆਂਦਾ ਹੈ ਕਿ ਜਿਹੜਾ ਸਟੋਰੇਜ ਕਰੇਗਾ, ਜਿਹਦੇ ਕੋਲੇ ਸਟੋਰੇਜ ਦੀ ਸ਼ਕਤੀ ਹੋਏਗੀ ਪ੍ਰਾਈਵੇਟ ਪਲੇਅਰ ਕੋਲੇ, ਉਹ ਗ੍ਰੇਡਿੰਗ ਕਰਕੇ ਜਿਣਸ ਦੀ ਜਾਂ ਉਤਪਾਦ ਦੀ ਗ੍ਰੇਡਿੰਗ ਕਰੇਗਾ। ਜਿਹੜਾ ਬਹੁਤ ਮਹਿੰਗਾ ਤੇ ਪ੍ਰੀਮੀਅਮ ਕਿਸਮ ਦਾ ਉਤਪਾਦ ਹੋਏਗਾ ਉਹ ਬਹੁਤ ਅਮੀਰ ਲੋਕਾਂ ਕੋਲੇ, ਤੇ ਜਿਹੜਾ ਥੱਲੇ ਵਾਲੇ ਬਿਲਕੁਲ ਥੱਲੇ ਵਾਲੇ ਗ੍ਰੇਡ ਦਾ ਹੋਏਗਾ ਉਹ ਵੀ ਮਹਿੰਗੇ ਭਾਅ ਤੇ ਲੋਕਾਂ ਨੂੰ ਮਿਲੇਗਾ। ਸੋ ਰੈਂਡਮਲੀ ਅਸੀਂ ਜਿੰਨੇ ਕੁ ਲੋਕਾਂ ਨਾਲ ਗੱਲ ਕੀਤੀ ਸਮੇਤ ਮੁਟਿਆਰਾਂ ਦੇ, ਲੜਕੀਆਂ ਦੇ, ਉਹਨਾਂ ਵਿੱਚੋਂ ਬਹੁਤਿਆਂ ਦਾ ਕਹਿਣਾ ਸੀ ਕਿ ਭਾਵੇਂ ਅਸੀਂ ਐਕਟ ਨਹੀਂ ਪੜ੍ਹੇ ਪਰ ਜਿੰਨੀ ਕੁ ਉਹਨਾਂ ਬਾਰੇ ਜਾਣਕਾਰੀ ਹੈ, ਜਿੰਨੀ ਕੁ ਉਹਨਾਂ ਨੂੰ ਮੀਡੀਆ 'ਚੋਂ ਖਬਰਾਂ ਤੋਂ, ਤਾਂ ਜਿੰਨਾ ਕੁ ਮੋਟੇ-ਮੋਟੇ ਤੌਰ ਤੇ ਐਕਟ ਉਹਨਾਂ ਨੇ ਦੇਖੇ ਨੇ, ਉਹਨਾਂ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਨਾਲ ਹਨ। ਤੇ ਜੇ ਅੰਨਦਾਤਾ ਇਸ ਵੇਲੇ ਦਿੱਲੀ ਦੇ ਬਾਰਡਰ ਤੇ ਬੈਠਾ ਹੈ ਇੰਨੀ ਠੰਡ ਵਿੱਚ, ਤਾਂ ਉਹ ਸ਼ੌਕ ਨੂੰ ਨਹੀਂ ਬੈਠਾ। ਦਿੱਲੀ ਦੇ ਇੱਕ ਡਾਕਟਰ ਕੈਲਾਸ਼ ਨੇ ਤਾਂ ਇਹ ਵੀ ਆਖ ਦਿੱਤਾ ਕਿ ਕਿਸੇ ਨੂੰ ਵੀ ਕੋਈ ਸ਼ੌਕ ਨਹੀਂ ਹੁੰਦਾ, ਘੱਟੋ ਘੱਟ ਕਿਸਾਨਾਂ ਨੂੰ ਤਾਂ ਬਿਲਕੁਲ ਹੀ ਸ਼ੌਕ ਨਹੀਂ ਕਿ ਉਹ ਰਾਜਧਾਨੀ ਦੇ ਬਾਹਰ ਜਾ ਕੇ ਇੰਨੀ ਠੰਡ ਵਿੱਚ ਬੈਠਣ। ਸੋ ਬਹੁਤੇ ਲੋਕਾਂ ਦੀ ਰਾਏ ਇਹ ਸੀ ਕਿ ਇਹ ਜੋ ਐਕਟ ਨੇ ਇਹ ਕਿਸਾਨਾਂ ਦੇ ਹੱਕ 'ਚ ਨਹੀਂ, ਕਿਸਾਨਾਂ ਦੇ ਨਾਲ ਇਹ ਆਮ ਲੋਕਾਂ ਦੇ ਹੱਕ ਵਿੱਚ ਨਹੀਂ ਹਨ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਬਹੁਤੇ ਲੋਕ ਕਿਸਾਨੀ ਦੇ ਨਾਲ ਹਨ। ਅਤੇ ਦਿਲਚਸਪ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਹਨਾਂ ਬਾਰੇ ਬੋਲਣੋਂ ਇਹ ਕਹਿੰਦਿਆਂ ਨਾ ਕਰ ਦਿੱਤੀ ਕਿ ਉਹ ਸਰਕਾਰੀ ਨੌਕਰੀ ਵਿੱਚ ਹਨ, ਕੇਂਦਰ ਸਰਕਾਰ ਦੀ ਨੌਕਰੀ ਵਿੱਚ ਹਨ, ਸੋ ਉਹ ਪ੍ਰੋਟੋਕੋਲ ਦੇ ਤਹਿਤ ਉਹ ਨਹੀਂ ਬੋਲ ਸਕਦੇ, ਜਾਂ ਕੁਝ ਲੋਕ ਇਸ ਗੱਲੋਂ ਝਿਜਕੇ ਕਿ ਉਹ ਬੋਲਣਾ ਤਾਂ ਇਹਨਾਂ ਐਕਟਾਂ ਦੇ ਉਲਟ ਚਾਹੁੰਦੇ ਹਨ ਪਰ ਉਹ ਔਨ ਰਿਕਾਰਡ ਨਹੀਂ ਆਉਣਾ ਚਾਹੁੰਦੇ। ਤੇ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਜਿੱਥੇ ਜ਼ਮਾਹੀਯੋਗ ਜ਼ਮੀਨ ਮਸਾਂ 2000 ਏਕੜ ਦੇ ਕਰੀਬ ਹੈ ਤੇ ਇਹਨਾਂ ਦਾ ਸਿੱਧਾ ਖੇਤੀਬਾੜੀ ਨਾਲ ਇਹ ਸੰਬੰਧ ਹੈ ਕਿ ਬਹੁਤ ਇਹਨਾਂ 'ਚੋਂ ਕਿਸਾਨੀ ਪਰਿਵਾਰ ਦੇ ਹੋ ਸਕਦੇ ਹਨ, ਪੰਜਾਬ ਤੇ ਹਰਿਆਣਾ ਦੇ ਪਿੰਡਾਂ ਦੇ ਹੋ ਸਕਦੇ ਹਨ, ਇੱਥੋਂ ਦੇ ਬਸ਼ਿੰਦੇ। ਪਰ ਇੱਥੋਂ ਦੇ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਜੋ ਨਵੇਂ ਖੇਤੀ ਕਾਨੂੰਨ ਕੇਂਦਰ ਸਰਕਾਰ ਨੇ ਲਿਆਂਦੇ ਹਨ ਉਹ ਕਿਸਾਨੀ ਦੇ ਨਾਲ ਆਮ ਲੋਕਾਂ ਦੇ ਵੀ ਹੱਕ ਵਿੱਚ ਨਹੀਂ ਹਨ, ਸੋ ਇਹ ਰੱਦ ਕੀਤੇ ਜਾਣੇ ਚਾਹੀਦੇ ਹਨ। ਤੁਸੀਂ TV ਪੰਜਾਬ ਦੇਖਦੇ ਰਹੋ, ਅਸੀਂ ਹਰ ਤਰ੍ਹਾਂ ਦੀਆਂ ਖਬਰਾਂ ਅਤੇ ਵਿਸ਼ਲੇਸ਼ਣ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਹਾਲ ਦੀ ਘੜੀ ਸ਼ੁਕਰੀਆ। ਮੈਂ TV ਪੰਜਾਬ ਲਈ ਦਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟਸਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।